ਜੀ, ਸਾਰੇ ਦੋਸਤਾਂ ਨੂੰ ਅਹਿਮਦ ਰਜ਼ਾ ਦਾ ਸਲਾਮ, ਸਤਿ ਸ੍ਰੀ ਅਕਾਲ, ਨਮਸਕਾਰ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ, ਪੂਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਦੀ ਵਬਾ ਜਿਹੜੀ ਹੈ, ਉਹ ਫੈਲੀ ਹੋਈ ਹੈ ਔਰ ਇਸ ਨੇ ਜਿਹੜੀ ਇਨਸਾਨੀ ਜ਼ਿੰਦਗੀ ਹੈ, ਉਸ ਨੂੰ ਕਾਫੀ ਹੱਦ ਤੱਕ ਬਦਲ ਦਿੱਤਾ ਹੈ। ਸੋ ਮੈਂ ਵੀ ਜਿਹੜੀ ਲਾਹੌਰ ਦੀ ਰੂਟੀਨ ਸੀ, ਉਸ ਤੋਂ ਹਟ ਕੇ ਮੈਂ ਇਸ ਵੇਲੇ ਆ ਚੁੱਕਾ ਹਾਂ ਆਪਣੇ ਪੰਜਾਬ। ਅੱਜ ਮੈਨੂੰ ਹੈ ਚੌਥਾ ਦਿਨ ਇੱਥੇ, ਔਰ ਮੈਂ ਦੱਸਦਾ ਜਾਵਾਂ ਕਿ ਮੇਰਾ ਪਿੰਡ ਹੈ ਲਹਿੰਦੇ ਪੰਜਾਬ ਦੇ ਵਿੱਚ, ਡਿਸਟ੍ਰਿਕਟ ਬਹਾਵਲ ਨਗਰ। ਔਰ ਬਹਾਵਲ ਨਗਰ ਦੇ ਵਿੱਚ ਜਨਾਬ ਅਲੀ ਮੇਰਾ ਅੱਗੇ ਪਿੰਡ ਹੈ, ਤਹਿਸੀਲ ਮਿੰਚਨਾਬਾਦ ਦੇ ਨਾਲ। ਸੋ ਕਰੋਨਾ ਵਾਇਰਸ ਤੋਂ ਜਿਵੇਂ ਸਰਕਾਰਾਂ ਨੇ ਦੱਸਿਆ, ਸਾਨੂੰ ਸਭ ਨੂੰ ਮਿਲ ਕੇ ਨਿਬੜਨਾ ਚਾਹੀਦਾ ਹੈ ਔਰ ਮੈਂ ਵੀ ਇਸ ਦਾ ਪੂਰਾ ਖਿਆਲ ਰੱਖ ਰਿਹਾ ਹਾਂ ਕਿ ਸਾਨੂੰ ਕਿਸੇ ਨਾਲ ਮੇਲ ਜੋਲ ਮੇਲ ਵਰਤਨ ਉਹ ਨਹੀਂ ਰੱਖਣਾ ਚਾਹੀਦਾ। ਗੋ ਕਿ ਸਾਡੇ ਪੰਜਾਬ ਦੀ ਰਵਾਇਤ ਅਗਰ ਅਸੀਂ ਵੇਖੀਏ ਤੇ ਉਹ ਇਸ ਦੇ ਹਟ ਕੇ ਹੈ। ਇੱਥੇ ਇਨਸਾਨੀ ਸਾਂਝ ਜਿਹੜੀ ਹੈ, ਉਹੀ ਬੁਨਿਆਦ ਤੇ ਸਾਰੀ ਜਿਹੜੀ ਰਹਿਤਲ ਹੈ ਉਹ ਤਰਤੀਬ ਦਿੱਤੀ ਗਈ ਹੈ। ਲੇਕਿਨ ਕਿਉਂਕਿ ਇਹਨਾਂ ਆਫਤਾਂ ਨੂੰ ਅਸੀਂ ਇਹਨਾਂ ਨਾਲ ਨਿਬੜਨਾ ਹੈ ਔਰ ਇਹਨਾਂ ਨੂੰ ਅਸੀਂ ਨਵੀਆਂ ਲੋੜਾਂ ਨਵੇਂ ਵੇਲੇ ਦੇ ਉਸ ਹਵਾਲੇ ਨਾਲ ਵੇਖਣਾ ਹੈ। ਸੋ ਇਹਤਿਆਤ ਕਰੋ ਸਾਰੇ। ਮੈਂ ਅੱਜ ਕੱਲ੍ਹ ਇਹਦੀ ਇਹਤਿਆਤ ਕਰ ਰਹੀ ਹਾਂ ਔਰ ਮੇਰੀ ਰੂਟੀਨ ਇਹ ਹੁੰਦੀ ਹੈ ਕਿ ਮੈਂ ਬਹੁਤ ਸਾਰੀਆਂ ਕਿਤਾਬਾਂ ਉਹ ਮੈਂ ਆਂਦਾ ਲਾਹੌਰ ਤੋਂ, ਪੰਜਾਬ ਦੀ ਹਿਸਟਰੀ ਦੇ ਰਿਲੇਟਡ, ਉਹ ਮੈਂ ਲੈ ਆਇਆ ਸੀ। ਜੀ ਮੈਂ ਭਾਈਜਾਨ ਚੌਧਰੀ ਸਾਹਿਬ, ਮੈਂ ਜਿਸ ਤਰ੍ਹਾਂ ਪਹਿਲੇ ਦੱਸ ਚੁੱਕਿਆ ਕਿ ਮੇਰਾ ਪਿੰਡ ਹੈ ਡਿਸਟ੍ਰਿਕਟ ਬਹਾਵਲ ਨਗਰ, ਤਹਿਸੀਲ ਮਿੰਚਨਾਬਾਦ ਦੇ ਵਿੱਚ। ਔਰ ਇਸ ਕਾਲਜ ਰੋਡ ਤੇ ਆਈਏ ਤਾਂ ਅੱਗੇ ਪਿੰਡ ਹੈ ਬਹਾਵਲਗੜ੍ਹ। ਬਹਾਵਲਗੜ੍ਹ ਦੇ ਨਾਲ ਬਸਤੀ ਵਟੂਆਂ ਹੈ, ਇਹ ਮੇਰਾ ਜੰਮਣ ਭੋਏ ਹੈ। ਇੱਥੇ ਹੀ ਸਾਡੀ ਜ਼ਮੀਨ ਹੈ। ਇਹ ਜਿਹੜੀ ਤੁਸੀਂ ਦੇਖ ਰਹੇ ਹੋ ਜਿੱਥੇ ਮੈਂ ਖੜਾ ਹਾਂ, ਇਹ ਬਸਤੀ ਵਟੂਆਂ ਹੈ। ਸੋ ਮੈਂ ਬਾਈ ਕਾਸਟ ਵਟੂ ਹਾਂ, ਲੇਕਿਨ ਇਹ ਹੈ ਕਿ ਮੈਂ ਕਦੀ ਉਸ ਨੂੰ ਦੱਸਿਆ ਨਹੀਂ, ਕਿਉਂਕਿ ਮੇਰੇ ਲਈ ਸਾਰੇ ਇਨਸਾਨ, ਸਾਰੀਆਂ ਜ਼ਾਤਾਂ ਉਹ ਬਰਾਬਰ ਹਨ। ਇਨਸਾਨ ਦਾ ਕਰੈਕਟਰ ਜਿਹੜਾ ਹੈ ਉਹ ਜਿਤਨਾ ਉੱਚਾ ਹੋਏਗਾ ਉਤਨਾ ਇਨਸਾਨ ਬਿਹਤਰ ਹੋਏਗਾ। ਸੋ ਗੱਲ ਕਰ ਰਹੇ ਸੀ, ਪਹਿਲੇ ਤਾਂ ਤੁਸੀਂ ਮੈਨੂੰ ਇਹ ਵੀ ਦੱਸਣਾ ਹੈ ਕਿ ਤੁਸੀਂ ਕੀ ਕਰ ਰਹੇ ਹੋ, ਕਿਉਂਕਿ ਇਸ ਤਰ੍ਹਾਂ ਲਾਈਵ ਤੁਹਾਡੇ ਨਾਲ ਗੱਲ ਹੋਇਆ ਨੂੰ ਕਾਫੀ ਮੁੱਦਤ ਹੋ ਗਈ। ਬਾਕੀ ਜਿਤਨੇ ਐਂਕਰਸ ਹਨ ਸਾਡੇ, ਉਹ ਮੁਖਤਲਿਫ ਵੀਡੀਓਜ਼ ਤੁਹਾਨੂੰ ਦਿੰਦੇ ਰਹਿੰਦੇ ਨੇ, ਜਿਹਦੇ ਵਿੱਚ ਕਰਤਾਰਪੁਰ ਵੀ ਹੈ। ਉਸ ਤੋਂ ਇਲਾਵਾ ਬਾਕੀ ਜਿਤਨੇ ਮੁੱਦੇ ਹਨ ਪੰਜਾਬੀਅਤ 'ਤੇ, ਕਿਉਂਕਿ ਸਾਡਾ ਚੈਨਲ ਪੰਜਾਬੀ ਦਾ ਹੈ, ਉੱਥੇ ਸਾਡੀ ਕੋਸ਼ਿਸ਼ ਇਹੀ ਹੁੰਦੀ ਕਿ ਪੰਜਾਬੀਅਤ ਤੋਂ ਰਿਲੇਟਡ ਸਾਰੀਆਂ ਚੀਜ਼ਾਂ ਉਹ ਦਿੰਦੇ ਰਹੀਏ। ਕਿਉਂਕਿ ਨਵੀਂ ਇਹਦੇ ਵਿੱਚ ਇੱਕ ਜਿਹੜੀ ਚੀਜ਼ ਆਈ, ਨਵਾਂ ਇਨੀਸ਼ੀਏਟਿਵ ਲਿਆ ਗਿਆ ਦੋਨੋਂ ਮੁਲਕਾਂ ਦੇ ਵਿੱਚੋਂ, ਜਾਂ ਦੋਨੋਂ ਪੰਜਾਬਾਂ ਦੇ ਲੋਕ ਜਿੱਥੇ ਮਿਲ ਸਕਦੇ ਨੇ, ਦੋਨੋਂ ਮੁਲਕਾਂ ਦੇ ਲੋਕ ਮਿਲ ਸਕਦੇ ਨੇ, ਉਹ ਕਰਤਾਰਪੁਰ ਸੀ। ਇਸ ਲਈ ਕਰਤਾਰਪੁਰ 'ਤੇ ਸਾਡੀ ਟੀਮਸ ਕਾਫੀ ਜਾਂਦੀਆਂ ਰਹੀਆਂ ਨੇ, ਉੱਥੇ ਉਹਨਾਂ ਨੇ ਕੰਮ ਵੀ ਕਾਫੀ ਕੀਤਾ। ਸੋ ਲਾਈਵ ਆਇਆਂ ਨੂੰ ਕਾਫੀ ਅਰਸਾ ਹੋ ਗਿਆ। ਅੱਜ ਦਿਲ ਕੀਤਾ ਕਿ ਤੁਹਾਡੇ ਨਾਲ ਕਰੋਨਾ ਦੇ ਮੌਸਮ ਦੇ ਵਿੱਚ ਕੋਈ ਲਾਈਵ ਗੱਲ ਕਰ ਲਿੱਤੀ ਜਾਵੇ। ਇੱਕ ਤਾਂ ਥੋੜ੍ਹਾ ਜਿਹਾ ਅਗਰ ਤੁਸੀਂ ਜੇ ਮੁਨਾਸਿਬ ਸਮਝੋ ਤਾਂ ਮੈਨੂੰ ਇਹ ਦੱਸਦੇ ਜਾਓ ਕਿ ਜਨਾਬ ਅੱਜ ਕੱਲ੍ਹ ਕਿਵੇਂ ਦਿਨ ਜਿਹੜੇ ਹਨ ਉਹ ਗੁਜ਼ਰ ਰਹੇ ਹਨ। ਜੀ ਫੈਸਲ ਸਾਹਿਬ, एहतियात ज़रूरी है, एहतियात मैं कर भी रहा हूँ, लेकिन ये है कि सारा दिन कमरे 'ਚ रह के फिर मैं चूँकि उत्थे कुछ स्टडी कर रहा पंजाबियत के हवाले नाल कुछ किताबां हैं मेरे को, और कि अगले 2-4 दिनों बाद कुछ वीडियोज़ का सिलसिला भी असीं ऐसा शुरू करांगे जिहदे तुहानूं पंजाब दी हिस्टरी बारे वो पता चलेगा। सो बार बार एक सवाल जिहड़ा रहिंदा आ रही है, ये है कि तुसीं किस तरह कर रहे हो, की कर रहे हो इहदे दौरान, क्योंकि सब लोग घरां दे विच बंद हो गए और घरां दे विच बंद होना भी चाहिए, लेकिन इहदे च फिर मसरूफीयत की लभी हुई है, ਕੀ ਕਰਦੇ ਹੋ, ਕੀ ਹੋਣਾ ਚਾਹੀਦਾ ਹੈ, ਕਿਉਂਕਿ ਬਾਹਰ ਤੁਸੀਂ ਲੋਕਾਂ ਨਾਲ ਮਿਲ ਵੀ ਨਹੀਂ ਸਕਦੇ ਹੋ। ਸੋ ਮੈਂ ਤਾਂ ਜਿਹੜਾ ਲੱਭਾ, ਜਿਸ ਤਰ੍ਹਾਂ ਪਹਿਲੇ ਦੱਸ ਰਹੀ ਹਾਂ ਕਿ ਪੰਜਾਬੀਅਤ ਤੋਂ ਰਿਲੇਟਡ ਜਿਤਨਾ ਮੈਂ ਕੋਈ ਪੜ੍ਹ ਸਕਾਂ ਮੈਂ ਉਹ ਪੜ੍ਹ ਲਵਾਂ। ਹੁਣ ਅੱਗੇ ਅਸੀਂ ਆਉਂਦੇ ਹਾਂ ਕਿ ਪੰਜਾਬੀਅਤ 'ਤੇ ਪੜ੍ਹਨਾ ਕਿਉਂ ਜ਼ਰੂਰੀ ਹੈ। ਇਸ ਲਈ ਕਿ ਪੰਜਾਬੀਅਤ ਦੇ ਬਾਰੇ ਆਸੇ ਪਾਸੇ ਦੀਆਂ ਕੌਮਾਂ ਨੇ ਇਤਨਾ ਪ੍ਰੋਪੇਗੈਂਡਾ ਕੀਤਾ ਕਿ ਪੰਜਾਬੀ ਆਪਣੀ ਹਿਸਟਰੀ ਦੇ ਨਾਲ ਅਗਰ ਉਹਨਾਂ ਨਾਲ ਗੱਲ ਕਰੀਏ, ਜੀ ਸ਼ੁਕਰੀਆ ਆਸਿਫ ਅਲੀ ਸਾਹਿਬ, ਤੇ ਉਹ ਘਬਰਾਉਂਦਾ ਹੈ, ਉਹ ਉਸ 'ਤੇ ਗੱਲ ਕਰਨਾ ਨਹੀਂ ਚਾਹੁੰਦਾ, ਕਿਉਂਕਿ ਉਸ ਨੂੰ ਹਿਸਟਰੀ ਦਾ ਆਪਣੀ ਦਾ ਪਤਾ ਹੀ ਨਹੀਂ, ਔਰ ਉਹਦਾ ਪ੍ਰੋਪੇਗੈਂਡਾ ਇਸ ਹੱਦ ਤੱਕ ਕਰ ਦਿੱਤਾ ਗਿਆ ਪੰਜਾਬ ਦੇ ਬਾਰੇ ਕਿ ਸ਼ਾਇਦ ਅੱਜ ਦਾ ਪੰਜਾਬੀ ਆਪਣੇ ਪੰਜਾਬ 'ਤੇ ਕੋਈ ਫਖਰ ਨਹੀਂ ਕਰਦਾ, ਇਸ ਨੂੰ ਓਨ ਨਹੀਂ ਕਰਦਾ। ਸੋ ਲੋੜ ਇਸ ਗੱਲ ਦੀ ਹੈ ਕਿ ਸਾਡਾ ਪੰਜਾਬ ਜਾਂ ਸਾਡੀ ਪੰਜਾਬੀ ਤਾਰੀਖ ਉਹ ਇਤਨੀ ਭੈੜੀ ਨਹੀਂ ਹੈ ਜਿਤਨੀ ਅੱਜ ਕੱਲ੍ਹ ਬਣਾ ਕੇ ਵਿਖਾਈ ਗਈ ਹੈ, ਔਰ ਅਸੀਂ ਸਾਰੇ ਪੰਜਾਬੀਆਂ ਨੇ ਉਸ ਨੂੰ ਮੰਨ ਲਿਆ ਹੈ। ਇਹਦੇ ਵਾਸਤੇ ਪੜ੍ਹਨ ਦੀ ਲੋੜ ਹੈ, ਕਿਉਂਕਿ ਪੰਜਾਬ ਜਿਸ ਨੇ ਹਮੇਸ਼ਾ ਇਨਸਾਨ ਦੇ ਵੱਡੇ ਹੋਣ ਦੀ ਗੱਲ ਕੀਤੀ। ਜੀ ਸ਼ੁਕਰੀਆ ਇੰਡੀਆ ਤੋਂ ਜਿਹੜੇ ਦੋਸਤ ਵੇਖ ਰਹੇ ਨੇ, ਇੰਡੀਆ ਸਭੀ ਘਰ ਮੇਂ ਬੰਦ। ਜੀ ਚਾਂਦ ਸਾਹਿਬ, ਬਿਲਕੁਲ ਇੰਡੀਆ ਦੇ ਵਿੱਚ ਵੀ ਔਰ ਪਾਕਿਸਤਾਨ ਦੇ ਵਿੱਚ ਵੀ, ਔਰ ਜਿੱਥੇ ਜਿੱਥੇ ਹੈ ਕਰੋਨਾ ਵਾਇਰਸ ਉੱਥੇ ਇਹ ਮਸਲਾ ਹੈ ਔਰ ਸਾਨੂੰ ਇਸ ਤੋਂ ਬਚਣਾ ਚਾਹੀਦਾ। ਇੱਕ ਮੈਂ ਵੀਡੀਓ ਕੱਲ੍ਹ ਵੀ ਦਿੱਤੀ ਸੀ, ਲੇਕਿਨ ਉਹਨੂੰ ਬਹੁਤ ਸ਼ਾਇਦ ਕੋਈ ਦੋਸਤ ਨਾ ਵੇਖ ਰਹੇ ਹੋਣ।
ਕਿ ਸ਼ਹਿਰਾਂ ਦੇ ਵਿੱਚ ਤਾਂ ਲੋਕਾਂ ਨੂੰ ਪਤਾ ਹੈ, ਪਿੰਡਾਂ ਥਾਵਾਂ ਦੇ ਵਿੱਚ ਨਹੀਂ ਪਤਾ। ਜਿਵੇਂ ਮੈਂ ਪਿੰਡ ਦੇ ਵਿੱਚ ਆਇਆ ਹਾਂ ਤੇ ਇੱਥੇ ਮੈਂ ਦੇਖਿਆ ਹੈ ਕਿ ਇੱਥੇ ਇੱਕ ਹੁੱਕੇ ਤੇ ਕੋਈ 10-10 ਲੋਕ ਜਿਹੜੇ ਹਨ, ਉਹ ਅਜੇ ਇੱਕੇ ਹੁੱਕੇ ਨੂੰ ਪੀ ਰਹੇ ਹਨ। ਸੋ ਉਹਨਾਂ ਨੂੰ ਦੱਸਣ ਦੀ ਲੋੜ ਹੈ ਪਿੰਡਾਂ ਥਾਵਾਂ ਤੇ। ਇੱਕ ਤੇ ਜਿਹੜੇ ਇਹ ਲੋਕ ਨੇ ਇਹਨਾਂ ਨੂੰ ਦੱਸੋ ਕਿ ਇਸ ਤੋਂ ਅਸੀਂ ਕਿਵੇਂ ਬਚ ਕੇ ਰਹਿਣਾ ਹੈ। ਦੂਸਰਾ ਜੀ ਭਜਨ ਮੈਂ ਠੀਕ ਠਾਕ, ਤੁਸੀਂ ਸੁਣਾਓ, ਤੁਸੀਂ ਠੀਕ ਹੋ? ਦੂਸਰਾ ਇਹ ਹੈ ਕਿ ਸਾਨੂੰ ਜਿਹੜੇ ਬੱਚੇ ਹਨ ਪਿੰਡਾਂ ਥਾਵਾਂ ਦੇ ਖਾਸ ਕਰ, ਉਹਨਾਂ ਨੂੰ ਵੀ ਦੱਸਣ ਦੀ ਲੋੜ ਹੈ, ਕਿਉਂਕਿ ਉਹਨਾਂ ਬੱਚਿਆਂ ਨੇ ਅਜੇ ਵੀ ਉਹਨਾਂ ਨੂੰ ਛੁੱਟੀਆਂ ਹੋ ਗਈਆਂ, ਉਹ ਛੁੱਟੀਆਂ ਇੰਜੋਏ ਕਰ ਰਹੇ ਨੇ। ਜਿਵੇਂ ਕੋਈ ਚੀਜ਼ ਇੰਜੋਏ ਕਰਨ ਵਾਲੀ ਹੁੰਦੀ ਹੈ ਕਿ ਉਹ ਫਿਰ ਉਹੀ ਉਹਨਾਂ ਦੇ ਖੇਲ, ਉਹੀ ਇੱਥੇ ਮੈਂ ਤੇ ਕ੍ਰਿਕਟ ਮੈਚ, ਉਹੀ ਸਾਰੇ ਜਿਤਨੀਆਂ ਇੱਥੇ ਚੱਲ ਰਹੀਆਂ ਕਬੱਡੀ ਦੇ ਮੈਚ ਉਹਨਾਂ ਨੇ ਰੱਖੇ ਹੋਏ ਨੇ, ਸਾਰਾ ਕੁਝ ਕਰ ਰਹੇ ਨੇ। ਤਾਂ ਉਹਨਾਂ ਨੂੰ ਆ ਕੇ ਸਮਝਾਇਆ ਕਿ ਨਹੀਂ, ਇਹਨਾਂ ਦਿਨਾਂ ਦੇ ਵਿੱਚ ਤੁਸੀਂ ਨਹੀਂ ਮਿਲਣਾ, ਆਪਸੀ ਮੇਲ ਵਰਤਨ ਜਿਹੜਾ ਮੇਲ ਜੋਲ ਹੈ ਉਸ ਤੋਂ ਥੋੜ੍ਹਾ ਜਿਹਾ ਪਿੱਛੇ ਰਹੋ। ਸੋ ਆਪਣੇ ਆਪਣੇ ਪਿੰਡਾਂ ਦੇ ਵਿੱਚ ਤੁਸੀਂ ਵੀ ਇਹ ਦੱਸਦੇ ਜਾਓ, ਕਿਉਂਕਿ ਜ਼ਰੂਰੀ ਹੈ, ਇਸੇ ਹੀ ਚੀਜ਼ ਦੀ ਲੋੜ ਹੈ। ਬਾਕੀ ਇਹ ਹੈ ਕਿ ਜਿੱਥੇ ਜਿੱਥੇ ਵੇਖਿਆ ਜਾ ਰਹੀ ਹੈ, ਤੁਸੀਂ ਇਸ ਵਾਸਤੇ ਕੀ ਕੀ ਸਟੈਪ ਲਏ, ਕਿਉਂਕਿ ਇਸ ਵੇਲੇ ਲੋੜ ਇਹ ਹੈ ਕਿ ਸਾਨੂੰ ਹਕੂਮਤਾਂ ਦੇ ਨਾਲ ਨਾਲ ਇੱਕ ਫਰਦ ਹੋਣ ਦੀ ਹਸੀਅਤ ਦੇ ਨਾਲ ਕਿ ਅਸੀਂ ਜਿਹੜੀ ਸਾਡੇ ਤੇ ਆਫਤ ਆਈ ਹੈ, ਇਸ ਨਾਲ ਅਸੀਂ ਕਿਵੇਂ ਲੜ ਰਹੇ ਹਾਂ, ਔਰ ਉਸ ਦੇ ਵਿੱਚ ਬਹਿਸੀਅਤ ਇਨਸਾਨ ਤੁਹਾਡਾ ਮੇਰਾ ਕੀ ਕਿਰਦਾਰ ਹੈ, ਇਹ ਬੜਾ ਵੈਰੀ ਕਰਦਾ ਹੈ ਕਿ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਇਸ ਵੇਲੇ ਮੈਂ ਉਹ ਜਹਾਲਤ ਤਾਂ ਨਹੀਂ ਫੈਲਾ ਰਹੀ ਹੈ ਜਿਹੜੀ ਜਹਾਲਤ ਸਾਡੇ ਵਾਸਤੇ ਮੌਤ ਬਣੇਗੀ। ਕਿਆ ਮੈਂ ਉਹ ਇਲਮ ਜਾਂ ਉਹ ਚਾਨਣ ਵੰਡ ਰਹੀਆਂ ਹਾਂ ਜਿਹੜੇ ਇਨਸਾਨਾਂ ਨੂੰ ਬਚਾਏਗੀ? ਇਹ ਹੀ ਕਸੌਟੀ ਹੈ ਪਰਖਣ ਦੀ। ਸੋ ਇਸ ਤੇ ਸਾਰੇ ਦੋਸਤ ਜਿਹੜੇ ਹਨ ਉਹ ਪਰਖਦੇ ਰਹਿਣ ਕਿ ਸਾਡਾ ਰੋਲ ਇਹਦੇ ਵਿੱਚ ਕੀ ਹੈ। ਸੋ ਇਸ ਟਾਈਮ ਮੈਂ ਹਾਂ ਜੀ ਆਪਣੇ ਫਸਲਾਂ ਦੇ ਵਿੱਚ ਸਾਰਾ ਦਿਨ ਗੁਜ਼ਾਰ ਕੇ, ਔਰ ਉਸ ਤੋਂ ਬਾਅਦ ਹੁਣ ਇੱਥੇ ਫਸਲਾਂ ਦੇ ਵਿੱਚ, ਔਰ ਫਸਲ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਹੈ ਕਣਕ ਦੀ ਫਸਲ। ਤੁਸੀਂ ਜਿੱਥੇ ਦੇਖ ਰਹੇ ਹੋ ਜਿਹੜੀ ਜਿਹੜੀ ਥਾਵਾਂ 'ਤੇ ਹੋ, ਇੱਕ ਤਾਂ ਜਿਵੇਂ ਮੈਂ ਪਹਿਲੇ ਦੱਸਿਆ ਹੈ ਉਹ ਲਾਜ਼ਮੀ ਦੱਸਣਾ। ਦੂਸਰਾ ਇਹ ਹੈ ਕਿ ਤੁਹਾਡੇ ਜਿੱਥੇ ਵੀ ਹੋ ਉੱਥੇ ਕਣਕ ਦਾ ਕੀ ਹਾਲ ਹੈ। ਸਾਡੀ ਸਾਈਡ 'ਤੇ ਤਾਂ ਅਗਰ ਕੋਈ ਮੌਸਮ ਸਾਫ਼ ਹੁੰਦਾ ਹੈ ਜੀ। ਵਾਲੇਕੁਮ ਸਲਾਮ ਜ਼ਿਸਟੀ ਫੂਡ ਜੀ, ਵਾਲੇਕੁਮ ਸਲਾਮ ਜੀ। ਤੇ ਸਾਡੀ ਸਾਈਡ 'ਤੇ ਤਾਂ ਜਿਹੜੀ ਕਣਕ ਹੈ, ਅਗਰ ਧੁੱਪਾਂ ਨਿਕਲਦੀਆਂ ਨੇ, ਕਿਉਂਕਿ ਅੱਜ ਕੱਲ੍ਹ ਮੌਸਮ ਉਹ ਬੜੇ ਬਦਲਾਂ ਔਰ ਬਾਰਿਸ਼ਾਂ ਹੋਇਆ ਹੋਇਆ, 2 ਹਫ਼ਤੇ ਮੌਸਮ ਸਾਫ਼ ਮਿਲ ਜਾਵੇ ਤਾਂ ਕਣਕ ਦੀ ਜਿਹੜੀ ਸਾਡੀ ਇੱਥੇ ਵਾਢੀ ਹੈ ਉਹ ਸ਼ੁਰੂ ਹੋ ਜਾਏਗੀ। ਕਿਉਂਕਿ ਆਮ ਜਿਹੜਾ ਹੈ ਵਿਸਾਖ ਤੋਂ ਸ਼ੁਰੂ ਹੋ ਜਾਂਦਾ ਹੈ ਕਣਕ ਦੀ ਵਾਢੀ ਦਾ ਕੰਮ। ਜਿਹੜਾ ਵਿਸਾਖੀ ਦਾ ਮੇਲਾ ਉਸ ਤੋਂ ਰਿਲੇਟਡ ਪੰਜਾਬ ਦੇ ਲੱਗਦੇ ਹੁੰਦੇ ਸੀ, ਲੇਕਿਨ ਇਸ ਵੇਲੇ ਕੋ ਥੋੜ੍ਹਾ ਜਿਹਾ ਸਾਨੂੰ ਲੱਗ ਰਿਹਾ ਹੈ ਕਿ ਅਸੀਂ ਸ਼ਾਇਦ 14 ਅਪ੍ਰੈਲ ਤੱਕ। ਜੀ ਵਾਲੇਕੁਮ ਸਲਾਮ ਨਈਮ ਸਾਹਿਬ, ਬਹੁਤ ਸ਼ੁਕਰੀਆ ਜੀ। ਲੱਗਦਾ ਕਿ 14 ਅਪ੍ਰੈਲ ਤੱਕ ਅਸੀਂ ਕੁਛ ਇਸ ਨੂੰ ਅਸੀਂ ਕਰ ਪਾਈਏ, ਇਹਦੇ ਤੇ ਇਹ ਵਾਢੀ ਸਾਡੀ ਜਿਹੜੀ ਹੈ ਇਹ ਹੋਪ ਹੈ ਜੀ। ਕੋਈ ਦੋਸਤ ਦਾ ਇੱਕ ਮੈਸੇਜ ਆਇਆ, ਸੌਰੀ ਮੈਂ ਪੜ੍ਹ ਨਹੀਂ ਪਾਇਆ, ਅਗਰ ਮੁਨਾਸਬ ਸਮਝਣ ਤੇ ਕਾਈਂਡਲੀ ਰਿਪੀਟ ਕਰ ਦੇਣਾ ਉਸ ਨੂੰ। ਜੀ ਨਈਮ ਸਾਹਿਬ ਸ਼ੁਕਰੀਆ ਜੀ, ਤੁਸੀਂ ਸਿਆਲਕੋਟ ਤੋਂ ਹਰਿਆਣਾ ਤੋਂ, ਬਿਲਕੁਲ ਜੀ, ਇੱਕ ਦੋਸਤ ਹਰਿਆਣਾ ਤੋਂ ਉਹਨਾਂ ਨੇ ਮੈਸੇਜ ਕੀਤਾ, ਸ਼ੁਕਰੀਆ ਜੀ। ਹਰਿਆਣਾ ਵੀ ਬਿਲਕੁਲ ਦੋਸਤਾਂ ਨੂੰ ਪਤਾ ਹੀ ਹੋਏਗਾ ਜਿਹੜੇ ਪੰਜਾਬ ਦੀ ਹਿਸਟਰੀ ਦੇ ਨਾਲ ਜਿਨ੍ਹਾਂ ਦਾ ਸਮਝਦੇ ਨੇ ਕਿ ਹਰਿਆਣਾ ਵੀ ਕੱਲ੍ਹ ਤੱਕ ਪੰਜਾਬ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਇਹੀ ਪੰਜਾਬ ਸੀ। ਫਿਰ ਇਹ ਪੰਜਾਬ ਵੰਡੀਂਦਾ ਵੰਡੀਂਦਾ ਇੰਡੀਅਨ ਪੰਜਾਬ 3 ਥਾਵਾਂ 'ਤੇ ਵੰਡਿਆ ਗਿਆ। ਤੇ ਹਾਂ, ਇੱਕ ਦੋਸਤ ਦੱਸ ਰਹੇ ਹਨ ਕਿ ਜੀ ਇਹ ਬਿਲਕੁਲ ਸਾਡੇ ਕੋਲ 10-15 ਦਿਨ ਤੱਕ ਕਣਕ ਦੀ ਵਾਢੀ ਸ਼ੁਰੂ ਹੋ ਜਾਏਗੀ। ਇਹੀ ਹੈ ਕਿ ਸਾਡੇ ਕੋਲ ਵੀ ਅਗਰ ਇੱਥੇ ਕੋਈ ਸਾਫ਼ ਮੌਸਮ ਹੋ ਜਾਂਦਾ ਹੈ, ਇੱਥੇ ਚੰਗੀਆਂ ਧੁੱਪਾਂ ਨਿਕਲਦੀਆਂ ਹਨ, ਤੇ ਇੱਥੇ ਵੀ ਇਤਨਾ ਕੀ ਟਾਈਮ ਲੱਗੇਗਾ। ਬਾਕੀ ਇਹ ਹੈ ਕਿ ਇਸ ਵੇਲੇ ਸਾਡੇ ਇੱਥੇ ਬਾਰਿਸ਼ ਦਾ ਮੌਸਮ ਹੈ। ਮੈਂ ਠੀਕ ਠਾਕ ਜੀ, ਸਾਰੀ ਖੈਰੀਅਤ ਹੈ। ਜ਼ਿਸਟੀ ਫੂਡ ਜੀ ਦੁਆ ਹੈ ਕਿ ਤੁਸੀਂ ਵੀ ਠੀਕ ਰਹੋ ਜੀ। ਰਾਵਲਪਿੰਡੀ ਤੋਂ ਇੱਕ ਦੋਸਤ ਆਏ ਨੇ, ਜ਼ਿਸਟੀ ਫੂਡ ਵਾਲੇ ਕੈਨੇਡਾ ਤੋਂ ਹਨ, ਇਹਨਾਂ ਦਾ ਫੂਡ ਚੈਨਲ ਹੈ। ਅਗਰ ਦੋਸਤ ਜਿਹੜੇ ਜਿਹੜੇ ਸੁਣ ਰਹੇ ਲਾਜ਼ਮੀ ਵਿਜ਼ਿਟ ਕਰਨ, ਉੱਥੇ ਬਹੁਤ ਅੱਛੀਆਂ ਅੱਛੀਆਂ ਜਿਹੜੀਆਂ ਡਿਸ਼ਿਜ਼ ਹਨ ਉਹ ਤੁਹਾਨੂੰ ਮਿਲਣਗੀਆਂ, ਔਰ ਤੁਸੀਂ ਜਿਹੜੇ ਈਜ਼ੀਲੀ ਆਪਣੇ ਬਣਾ ਸਕਦੇ ਹੋ ਇਹ ਤੁਹਾਨੂੰ ਉੱਥੇ ਇਹਨਾਂ ਨੇ ਦਿਖਾਉਣਾ ਹੁੰਦਾ। ਸੋ ਇਹ ਚੈਨਲ ਵੀ ਲਾਜ਼ਮੀ ਵਿਜ਼ਿਟ ਕਰੋ ਜੀ, ਬੜੇ ਮਿਹਨਤ ਨਾਲ, ਇਹਨਾਂ ਦੀ ਐਡੀਟਿੰਗ ਬੜੀ ਸ਼ਾਨਦਾਰ ਹੁੰਦੀ ਹੈ। ਔਰ ਮੈਂ ਦੱਸ ਰਿਹਾ ਸੀ ਕਿ ਇਸ ਟਾਈਮ ਸਾਡੇ ਇੱਥੇ ਬਾਰਿਸ਼ ਦਾ ਮੌਸਮ ਬਣਿਆ ਹੋਇਆ ਹੈ। ਦੇਖੋ ਦੁਆ ਕਰਨੀ ਚਾਹੀਦੀ ਹੈ ਰੱਬ ਵੱਲੋਂ ਕਿ ਇਹ ਕਣਕਾਂ ਜਿਹੜੀਆਂ ਹਨ ਅੱਜ ਕੱਲ੍ਹ ਬਾਰਿਸ਼ ਤੋਂ ਇਹਨਾਂ ਤੋਂ ਸਾਡੀ ਇੱਕ ਜਾਨ ਰੱਬ ਛੁਡਾਈ ਰੱਖੇ।
क्योंकि पक्कण दे बिल्कुल करीब ने फसलां, और जिवें ही आएगी फिर बारिश या सारा कुछ हुंदा ते कणक डिग जांदी है। और डिग्गी होई कणक जिहड़ी है, एक ते उंदा जिहड़ा बीज है जिहड़े अंदर उंदे हुंदा है कणक, ਉਹ ਖਰਾਬ ਹੁੰਦੀ ਹੈ। ਦੂਸਰਾ ਹੁੰਦਾ ਇਹ ਨੁਕਸਾਨ ਹੁੰਦਾ ਹੈ ਕਿ ਉਹ ਬਾਕੀ ਜਿਹੜੀ ਤੂੜੀ ਵਗੈਰਾ ਹੈ ਉਹ ਵੀ ਖਰਾਬ ਹੋਣ ਦੇ ਚਾਂਸਸ ਹੁੰਦੇ ਨੇ। ਸੋ ਇਹ ਵੀ ਇੱਕ ਮਸਲਾ ਹੈ। ਰੱਬ ਤੋਂ ਦੁਆ ਕਰਨੀ ਚਾਹੀਦੀ ਹੈ ਕਿ ਮੌਸਮ ਠੀਕ ਰਹਿਣ, ਔਰ ਖਾਸ ਕਰ ਜਦੋਂ ਕਿਸਾਨ ਦੀ ਫਸਲ ਪੱਕ ਜਾਂਦੀ ਹੈ ਤੇ ਉਦੋਂ ਤੇ ਇਹ ਕੁਦਰਤ ਜਿਹੜੀ ਹੈ ਰਹਿਮ ਕਰੇ ਉਸ ਤੇ, ਔਰ ਅੱਛੇ ਤਰੀਕੇ ਨਾਲ ਉਹਨਾਂ ਦੀ ਕਟਾਈ ਜਿਹੜੀ ਹੈ, ਕਿਉਂਕਿ 6 ਮਹੀਨੇ ਦੀ ਉਸ ਦੀ ਮਿਹਨਤ ਹੁੰਦੀ ਹੈ। ਰੱਬ ਸਭ ਨੂੰ ਉਸ ਦਾ ਸਿਲਾ ਦੇਵੇ। ਸਾਡੇ ਕੋਲ ਜੀ ਇੱਥੇ ਸਾਡਾ ਮੋਤੀ ਕੁੱਤਾ ਜਿਹੜਾ ਹੈ ਸਾਡੇ ਕੋਲ ਆ ਤੇ ਰਹੀ ਹੈ, ਲੇਕਿਨ ਉਹਦੇ ਨਖਰੇ ਨਹੀਂ ਖਤਮ ਹੋ ਰਹੇ। ਉਹ ਕਿਤੇ ਅੱਗੇ ਆਂਦਾ ਤੇ ਮੈਂ ਤੁਹਾਨੂੰ ਦਿਖਾਣਾ। ਇੰਤਹਾਈ ਸ਼ਰਾਰਤੀ, ਇਹਦੀ ਇੱਕ ਮੈਂ ਵੀਡੀਓ ਅਪਲੋਡ ਕਰਾਂਗਾ, ਤੁਸੀਂ ਸ਼ਾਇਦ ਇਹਨੂੰ ਦੇਖ ਪਾਓ, ਕੱਲ ਤੱਕ ਦੇਖ ਪਾਓ ਜਾਂ ਅੱਜ ਰਾਤ ਤੱਕ ਦੇਖ ਪਾਓ। ਇਸ ਨੂੰ ਕੈਮਰੇ ਦਾ ਬਹੁਤ ਸ਼ੌਕ ਹੈ। ਜਦੋਂ ਦੂਸਰਾ ਕੈਮਰਾ ਦੇਖੇਗਾ ਤੇ ਇਹਨੂੰ ਪਤਾ ਹੁੰਦਾ ਹੈ ਕਿ ਹੁਣ ਮੈਂ ਇਹਦੇ ਤੇ ਕੀ ਐਕਟ ਕਰਨਾ ਹੈ, ਔਰ ਇਹਦੇ ਤੁਸੀਂ ਪੂਰਾ ਐਕਟ ਕਰਾਉਂਦੇ ਹੁੰਦੇ, ਔਰ ਇਹ ਪੂਰੀ ਐਕਟਿੰਗ ਕਰਦਾ। ਨਹੀਂ ਚਾਂਦ ਸਾਹਿਬ, ਹੱਥ ਨਾਲ ਤੇ ਹੁਣ ਕਣਕ ਦੀ ਕਟਾਈ ਨਹੀਂ ਹੁੰਦੀ, ਹੁਣ ਤੇ ਹਾਰਵੈਸਟਰ ਨਾਲ ਜਿਹੜੀ ਟੋਟਲ ਕਟਾਈ ਹੈ ਉਹ ਟੋਟਲ ਹਾਰਵੈਸਟਰ ਦੇ ਥਰੂ ਹੀ ਹੁੰਦੀ। ਲਓ ਜੀ, ਮੈਂ ਆਪਣੇ ਕੁੱਤੇ ਦਾ ਜ਼ਿਕਰ ਕਰ ਰਹੀ ਸੀ, ਮੋਤੀ ਦਾ। ਇਹ ਮੋਤੀ ਆ ਗਿਆ ਔਰ ਉਹਨਾਂ ਦੀਆਂ ਸ਼ਰਾਰਤਾਂ ਤੁਸੀਂ ਦੇਖਣਾ। ਅਮਰਿੰਦਰ ਸਿੰਘ, ਬੜਾ ਅਜੀਬ ਲੱਗਦਾ ਹੈ ਕਿ ਤੁਸੀਂ ਹਮੇਸ਼ਾ ਜਿਹੜਾ ਟਾਪਿਕ ਅਸੀਂ ਛੇੜਿਆ ਹੋਇਆ ਹੁੰਦਾ ਉਸ ਤੋਂ ਹਟ ਕੇ ਪਤਾ ਨਹੀਂ ਤੁਹਾਡਾ ਕੀ ਏਜੰਡਾ ਹੈ, ਤੇ ਤੁਸੀਂ ਇਸ ਤਰ੍ਹਾਂ ਕਿਸੇ ਦੇ ਮਜ਼ਹਬ ਨੂੰ ਕਿਸੇ ਇਸ ਤਰ੍ਹਾਂ ਹਿੱਟ ਨਾ ਕੀਤਾ ਕਿ ਕਿਉਂਕਿ ਸਾਡਾ ਏਜੰਡਾ ਮਜ਼ਹਬੀ ਹੈ ਹੀ ਨਹੀਂ, ਸਾਡਾ ਪੰਜਾਬੀਅਤ ਦਾ ਏਜੰਡਾ ਹੈ। ਔਰ ਜਿਸ ਤਰੀਕੇ ਨਾਲ ਮੈਨੂੰ ਬੜੇ ਸੌਰੀ ਟੂ ਸੇ ਕਹਿਣਾ ਪੈਂਦਾ, ਤੁਸੀਂ ਹਰ ਵੀਡੀਓ ਤੱਕ ਇੱਕੋ ਹੀ ਬਕਵਾਸ ਕਰਦੇ ਹੋ, ਉਹੀ ਕਿਸੇ ਇੱਕ ਮਜ਼ਹਬ ਦੇ ਖਿਲਾਫ। ਤੇ ਇਹ ਪਤਾ ਨਹੀਂ ਹੁਣ ਤੁਹਾਡਾ ਏਜੰਡਾ ਇਨਸਾਨਾਂ ਦਾ ਨਫ਼ਰਤ ਫੈਲਾਉਣਾ ਹੈ, ਔਰ ਹਮੇਸ਼ਾ ਤੁਹਾਨੂੰ ਲੋਕ ਵੀ ਖਰੀਆਂ ਸੁਣਾਉਂਦੇ ਨੇ, ਤੁਸੀਂ ਇੱਜ਼ਤ ਵੀ ਕਰਾਉਂਦੇ ਹੋ, ਲੇਕਿਨ ਸ਼ਾਇਦ ਤੁਸੀਂ ਇਤਨੇ ਢੀਠ ਹੋ ਕੇ ਤੁਸੀਂ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਹੋ। ਇਹ ਹੁਣ ਤੁਹਾਡੇ ਖਿਲਾਫ, ਤੁਸੀਂ ਜਿਸ ਤਰ੍ਹਾਂ ਕੋਈ ਇਸਲਾਮ ਦੇ ਬਾਰੇ ਕਹਿ ਰਹੇ ਹੋ, ਤੁਸੀਂ ਇਹ ਚਾਹੁੰਦੇ ਹੋ ਕਿ ਇੱਥੇ ਕੋਈ ਮੁਸਲਿਮ ਜਿਹੜਾ ਹੈ ਉਹ ਕਮੈਂਟ ਕਰੇ ਸਿੱਖੀ ਦੇ ਬਾਰੇ, ਤੇ ਉਹ ਸਿੱਖੀ ਦੇ ਬਾਰੇ ਤੇ ਕੋਈ ਕਮੈਂਟ ਨਹੀਂ ਕਰੇਗਾ, ਕਿਉਂਕਿ ਤੁਹਾਡੇ ਤਰ੍ਹਾਂ ਜਾਹਿਲ ਨਹੀਂ ਹੈ ਲੋਕ, ਤਾਂ ਬਾਸ਼ਊਰ ਹੋ ਗਏ ਕਿ ਕਿਸੇ ਦੇ ਮਜ਼ਹਬ ਨੂੰ ਅਸੀਂ ਗਾਲੀ ਨਹੀਂ ਦੇਵਾਂਗੇ। ਮਜ਼ਹਬ ਤਾਂ ਸਾਰੇ ਜਿਹੜੇ ਹਨ ਉਹ ਇਨਸਾਨੀਅਤ ਸਿਖਾਉਂਦੇ ਨੇ। ਇਹ ਤਾਂ ਗੰਦੇ ਲੋਕ ਹੁੰਦੇ ਨੇ ਤੁਹਾਡੀ ਤਰ੍ਹਾਂ ਦੇ, ਜਿਹੜੇ ਵਿੱਚ ਆ ਕੇ ਬਕਵਾਸ ਕਰਦੇ ਨੇ। ਉਹਦੇ ਤੇ ਮਜ਼ਹਬਾਂ ਦਾ ਕੋਈ ਉਹਦੇ ਵਿੱਚ ਹਵਾਲਾ ਜਿਹੜਾ ਹੈ ਉਹ ਸਾਨੂੰ ਨਹੀਂ ਦੇਣਾ ਚਾਹੀਦਾ। ਜੀ ਨਈਮ ਸਾਹਿਬ, ਬਿਲਕੁਲ। ਅਜੇ ਵੀ ਸਾਡੇ ਇੱਥੇ ਨਾ ਅਗਰ ਅਸੀਂ ਕਹਿ ਲਈਏ ਕਿ 20% ਲੋਕ ਜਿਹੜੇ ਨੇ, 15 ਤੋਂ 20% ਉਹ ਹੱਥ ਨਾਲ ਕਟਾਈ ਹੁੰਦੀ, ਲੇਕਿਨ ਉਹ 20% ਵੀ ਜ਼ਿਆਦਾ ਹੋ ਜਾਏਗਾ। ਉਹ 10 ਤੋਂ 15% ਤੁਸੀਂ ਅਸੀਂ ਲਾ ਸਕਦੇ ਹਾਂ। ਬਾਕੀ ਸਾਰੀ ਹਾਰਵੈਸਟਰ ਤੇ ਆ ਗਈ ਹੈ, ਕਿਉਂਕਿ ਸਾਡੀ ਸਾਈਡ ਤੇ ਇੱਥੇ ਜ਼ਮੀਨਾਂ ਕਾਫੀ ਜ਼ਿਆਦਾ ਹਨ। ਇੱਥੇ ਮੁਰੱਬਿਆਂ ਦੇ ਹਿਸਾਬ ਨਾਲ ਲੋਕਾਂ ਕੋਲ ਜ਼ਮੀਨਾਂ ਹਨ, ਔਰ ਉਹ ਫਿਰ ਹੱਥਾਂ ਦੇ ਨਾਲ ਹੁਣ ਕਟਾਈ ਜਿਹੜੀ ਹੈ ਨਾ ਉਹ ਪੋਸੀਬਲ ਨਹੀਂ ਰਹੀ। ਸੋ ਸਾਰੇ ਜਿਹੜੇ ਹਨ ਇੱਥੇ ਕਟਾਈ ਜ਼ਿਆਦਾਤਰ ਉਹੀ ਹੁੰਦੀ ਕਿ 10 ਤੋਂ 15% ਤੁਸੀਂ ਲਾ ਲਓ ਕਿ ਹੱਥ ਦੇ ਨਾਲ ਜਿਹੜੀ ਕਟਾਈ ਹੈ। ਪੁਰਾਣਾ ਇੱਥੇ ਹੱਥ ਦੇ ਨਾਲ ਹੀ ਕਟਾਈ ਹੁੰਦੀ ਸੀ, ਹਾਰਵੈਸਟਰ ਵਾਲਾ ਤੇ ਸਾਰਾ ਇਹ ਕੋਈ 10-15 ਸਾਲ ਪਹਿਲੇ ਇਹ ਜਿਹੜਾ ਹੋਇਆ ਸ਼ੁਰੂ, ਇਹ ਹੁਣ ਉਹਦੇ ਨਾਲ ਹੀ ਇਨਸਾਨੀ ਜ਼ਿੰਦਗੀ ਥੋੜੀ ਸੌਖੀ ਹੋ ਗਈ ਹੈ। ਫਸਲ ਉਹਦੇ ਜਲਦੀ ਕੁੰਜੀ ਜਾਂਦੀ ਹੈ, ਔਰ ਜ਼ਿਮੀਂਦਾਰ ਜਲਦੀ ਆਪਣਾ ਫਾਰਿਗ ਹੋ ਜਾਂਦਾ। ਜੀ ਨਈਮ ਸਾਹਿਬ, ਅਮਰਿੰਦਰ ਸਿੰਘ ਅਕਸਰ ਇਹਨਾਂ ਤੇ ਮੈਂ ਇਹਨਾਂ ਨੂੰ ਬਲਾਕ ਨਹੀਂ ਕਰਦਾ ਕਿ ਕੁਝ ਸਾਨੂੰ ਇਹ ਵੀ ਨਜ਼ਰ ਆਉਂਦਾ ਰਹੇ ਕਿ ਇਤਨੇ ਬੈੜੇ ਇਨਸਾਨ ਵੀ ਸਾਡੇ ਵਿਚਕਾਰ ਹੀ ਹਨ। ਔਰ ਮੈਂ ਹੈਰਾਨ ਆ, ਮੈਨੂੰ ਜ਼ਿੰਦਗੀ 'ਚ ਪਹਿਲਾ ਸਿੱਖ ਮਿਲਿਆ। ਮੇਰੇ ਕੋਈ ਦਰਜਣਾ ਸੈਂਕੜਾ ਸਿੱਖਾਂ ਦੇ ਨਾਲ ਦੋਸਤੀਆਂ ਯਾਰੀਆਂ ਹਨ, ਮੈਂ ਹਮੇਸ਼ਾ ਸਿੱਖਾਂ ਨੂੰ ਬਹੁਤ ਅੱਛਾ ਪਾਇਆ ਹੈ। ਲੇਕਿਨ ਜਿਹੜੇ ਅਮਰਿੰਦਰ ਜਿਹੇ ਲੋਕ ਹਨ, ਮੈਨੂੰ ਇਹ ਲੱਗਦਾ ਹੀ ਨਹੀਂ ਕਿ ਸਿੱਖ ਹੈ। ਇਹ ਮੈਂ ਤੁਹਾਨੂੰ ਆਪਣੇ ਤਜਰਬੇ ਦੀ ਬੁਨਿਆਦ ਤੇ ਦੱਸ ਰਹੀ ਹਾਂ। ਇਹਨੇ ਸਿਰਫ ਨਾਮ ਸਿੱਖਾਂ ਨਾਲ ਲਿਖਿਆ ਹੋਇਆ। ਸਿੱਖ ਜਿਹੜਾ ਬਾਬਾ ਗੁਰੂ ਨਾਨਕ ਦੇ ਮੰਨਣ ਵਾਲਾ ਹੈ, ਉਹ ਤਾਂ ਕਦੀ ਨਹੀਂ ਨਫ਼ਰਤ ਫੈਲਾਏਗਾ। ਔਰ ਸ਼ਾਇਦ ਇਹ ਜਾਣਦੇ ਨਹੀਂ ਕਿ ਠੀਕ ਹੈ ਅਸੀਂ ਮੁਸਲਮਾਨ ਹਾਂ, ਲੇਕਿਨ ਸਾਨੂੰ ਇਸ ਖਿੱਤੇ ਦੇ ਸਾਰੇ ਮਜ਼ਹਬਾਂ ਦੇ ਬਾਰੇ, ਸਾਰੇ ਮਜ਼ਹਬਾਂ ਦੀ ਤਾਰੀਖ ਦਾ ਪਤਾ ਹੈ। ਇਹ ਹੁਣ ਕੋਈ ਹੋਰ ਜਨਾਬੇ ਵਾਲੀ 50 ਕਰੋੜ ਮੁੱਲੇ ਕਤਲ, ਪਤਾ ਨਹੀਂ ਕੀ ਕਹਿੰਦਾ। ਇਹਨੇ ਹਮੇਸ਼ਾ ਜਿਹੜੀ ਹੈ ਇਸਲਾਮ ਦੇ ਖਿਲਾਫ ਇਸਨੇ ਬੋਲਣਾ ਹੁੰਦਾ, ਔਰ ਇਹ ਚਾਹੁੰਦਾ ਹੈ ਕਿ ਇਹ ਅੱਗੋਂ ਜਵਾਬ ਮੈਨੂੰ ਮਿਲੇ, ਕਿਉਂਕਿ ਮੈਂ ਨਾਮ ਸਿੰਘ ਲਿਖਿਆ ਹੋਇਆ ਹੈ ਤੇ ਮੇਰਾ ਇਹ ਲੋਕ ਉਸੇ ਤਰੀਕੇ ਨਾਲ ਰਿਐਕਟ ਕਰਨ, ਇਹ ਸਿੱਖੀ ਮਜ਼ਹਬ ਨੂੰ ਕੁਝ ਕਹਿਣ। ਸੋ ਇਤਨੇ ਬਾਸ਼ਊਰ ਤੇ ਬੇਸ਼ਊਰ ਨਹੀਂ ਹਨ ਤੁਹਾਡੀ ਤਰ੍ਹਾਂ ਜਨਾਬ। ਲੋਕ ਸਮਝਦੇ ਨੇ ਕਿ ਤੁਹਾਡਾ ਏਜੰਡਾ ਕੀ ਹੈ, ਤੇ ਅਸੀਂ ਤਾਂ ਹਮੇਸ਼ਾ ਆਪਸੀ ਪਿਆਰ ਔਰ ਆਪਸੀ ਮੁਹੱਬਤ ਨੂੰ ਉਸ ਨੂੰ ਵਧਾਉਣ ਦੀ ਗੱਲ ਕੀਤੀ ਹੈ। ਜੀ WWE ਵਾਲੀ, ਮੈਂ ਠੀਕ ਠਾਕ ਬ੍ਰਦਰ, ਤੁਸੀਂ ਸੁਣਾਓ, ਤੁਸੀਂ ਠੀਕ ਹੋ?
जो सिख बाबा गुरु नानक की मानने वाले हैं वो बिल्कुल। बाबा गुरु नानक ने तो ਜਿਹੜਾ ਇਨਸਾਨੀ ਸਾਂਝ ਦਾ ਫਲਸਫਾ ਦਿੱਤਾ, ਉਸਨੇ ਪੰਜਾਬ ਨੂੰ ਬੜਾ ਰੋਸ਼ਨ ਖਿਆਲ ਬਣਾਇਆ। ਬੜੀ ਕੰਟਰੀਬਿਊਸ਼ਨ ਹੈ ਪੰਜਾਬ ਦੇ ਉਹ ਜੱਟ ਜਿਹੜੇ ਹਮੇਸ਼ਾ ਲੜਾਈਆਂ 'ਚ ਰਹਿੰਦੇ ਆ, ਜਿਹੜੇ ਹਮੇਸ਼ਾ ਆਪਸੀ ਇੱਕ ਦੂਸਰੇ ਨੂੰ ਕਤਲ ਕਰਤੇ ਤੋਂ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਉਹਨਾਂ ਦਾ ਮਕਸਦ ਹੀ ਉਹਨਾਂ ਨੇ ਉਹ ਬਣਾ ਲਿਆ ਸੀ। ਉਹਨਾਂ ਜੱਟਾਂ ਨੂੰ ਬਾਬਾ ਗੁਰੂ ਨਾਨਕ ਨੇ ਸੁਧਾਰਿਆ, ਫਿਰ ਪੂਰੇ ਆਸੇ-ਪਾਸੇ ਦੇ ਖਿੱਤੇ ਨੂੰ ਬਾਬਾ ਗੁਰੂ ਨਾਨਕ ਦੀ ਜਿਹੜੀ ਤਾਲੀਮਾਤ ਹਨ ਉਹਦੇ ਵਿੱਚ ਬੜਾ ਰੋਲ ਹੈ ਬਾਬਾ ਜੀ ਦਾ। ਸੋ ਇਹ ਨਾਮ ਦੇ ਨਾਲ ਸਿੰਘ ਲਾਣਾ ਔਰ ਹਰਕਤਾਂ ਇਸ ਤਰ੍ਹਾਂ ਦੀ ਕਰਨਾ ਇਹ ਬੜਾ ਅਜੀਬ ਲੱਗਦਾ ਹੈ। ਸੋ ਕਿਸੇ ਇੱਕ ਦੀ ਵਜ੍ਹਾ ਤੋਂ ਅਸੀਂ ਸਾਰੇ ਲੋਕਾਂ ਨੂੰ ਜਾਂ ਸਾਰੇ ਸਿੱਖਾਂ ਨੂੰ ਅਸੀਂ ਗਾਲੀ ਨਹੀਂ ਦੇ ਸਕਦੇ। ਮੇਰਾ ਆਪਣਾ ਜ਼ਾਤੀ ਤਜਰਬਾ ਹੈ ਕਿ ਮੈਂ ਬਹੁਤ ਖੂਬਸੂਰਤ ਇਨਸਾਨ ਜਿਹੜੇ ਹਨ ਉਹ ਸਿੱਖ ਹੀ ਵੇਖੇ ਹਨ। ਸੋ ਇਹ ਹੈ ਜੀ ਮੋਤੀ, ਹੁਣ ਇਸ ਨੂੰ ਪਤਾ ਚੱਲ ਗਿਆ ਹੈ ਕਿ ਮੈਂ ਕੈਮਰੇ ਦੇ ਵਿੱਚ ਹਾਂ। ਇਸ ਨੇ ਜਨਾਬੇ ਅਲੀ ਇਹ ਹੁਣ ਆਪਣੀਆਂ ਡਰਾਮੇਬਾਜ਼ੀਆਂ ਸਾਰਾ ਕਰਨਾ। ਕੱਲ੍ਹ ਦੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਕੱਲ੍ਹ ਇਹਦੀ ਇੱਕ ਵੀਡੀਓ ਬਣਾਈ ਹੋਈ, ਉਹਦੇ ਵਿੱਚ ਇਸ ਨੇ ਇਹੀ ਹਰਕਤ ਕੀਤੀ ਹੈ ਕਿ ਇਸ ਨੇ ਮਿੱਟੀ ਪੁੱਟਣ ਲੱਗ ਗਈ। ਪਤਾ ਨਹੀਂ ਇਹਨੂੰ ਮਿੱਟੀ ਦੇ ਵਿੱਚ ਅੱਜ ਕੱਲ੍ਹ ਕੀ ਸ਼ੌਕ ਪੈਦਾ ਹੋਇਆ ਹੈ ਕਿ ਇਹ ਮਿੱਟੀ ਪੁੱਟੇਗਾ ਜਨਾਬ। ਔਰ ਇਹ ਦੇਖੋ ਕੱਲ੍ਹ ਇਸ ਨੇ ਕੋਈ ਜਨਾਬੇ ਅਲੀ ਕੋਈ ਜਿਤਨੇ ਕੋਈ ट्रैक्टर ਦੇ 2-4 ਕਰਾਹ ਹੁੰਦੇ ਨੇ ਇਤਨੀ ਕੁ ਮਿੱਟੀ ਪੁੱਟੀ। ਓਏ ਮੋਤੀ, ਹੈਲੋ ਮੋਤੀ, ਇਸ ਸਾਈਡ ਤੋਂ ਤੁਹਾਨੂੰ ਦਿਖਾਉਣਾ ਕੀ ਲੱਭਦਾ। ਹੈਲੋ ਮੋਤੀ ਕੀ ਕਰ ਰਹੀ? ਹਾਂ ਕੀ ਕਰ ਰਹੀ? ਇਹ ਹੈ ਜੀ ਸਾਡਾ ਕੁੱਤਾ, ਖੇਲਦਾ ਹੈ ਜਿਵੇਂ ਬੱਚੇ ਨਹੀਂ ਖੇਲਦੇ ਉਸ ਤਰੀਕੇ ਨਾਲ ਖੇਲੇਗਾ। ਪਰ ਇਸ ਨੂੰ ਅਸੀਂ ਲੜਾਈ ਤੋਂ ਬਹੁਤ ਬਚਾਉਂਦੇ ਹੁੰਦੇ ਹਾਂ ਕਿ ਇਹਨੂੰ ਲੜਾਇਆ ਨਾ ਜਾਵੇ। ਜੀ ਬਾਜੀ ਇਹੀ ਗੱਲ ਹੈ। ਤੇ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਨਫ਼ਰਤਾਂ ਫੈਲਾਉਣ ਵਾਲੇ ਕੁਛ ਲੋਕ ਹਨ ਉਹਨਾਂ ਤੇ ਨਜ਼ਰ ਰੱਖਣੀ ਚਾਹੀਦੀ ਹੈ। ਇਹ 47 ਦੇ ਵਿੱਚ ਵੀ ਐਸੇ ਬੇਹੂਦਾ ਲੋਕ ਹੀ ਸਨ ਜਿਨ੍ਹਾਂ ਨੇ ਮੁਸਲਮਾਨਾਂ ਔਰ ਸਿੱਖਾਂ ਵਿਚਕਾਰ ਨਾ ਇਹ ਅਫਵਾਹਾਂ ਫੈਲਾਈਆਂ ਕਿ ਫਲਾਂ ਜਗ੍ਹਾ ਤੇ ਸਿੱਖ ਮਾਰੇ ਗਏ, ਫਲਾਂ ਤੇ ਮੁਸਲਮਾਨ ਮਾਰੇ ਗਏ। ਔਰ ਉਸ ਵੇਲੇ ਦਾ ਜੱਟ ਕਮਲਾ ਹੋ ਗਿਆ। ਔਰ ਉਸ ਜੱਟ ਕਮਲੇ ਹੋਏ ਦਾ ਪੰਜਾਬ ਨੂੰ ਇਹ ਨੁਕਸਾਨ ਹੋਇਆ ਕਿ ਤਕਰੀਬਨ 1.5 ਤੋਂ 2 ਮਿਲੀਅਨ ਲੋਕ ਜਿਹੜੇ ਨੇ ਉਹ ਕਤਲ ਹੋਏ, ਕਰੋੜਾਂ ਲੋਕ ਬੇਘਰ ਹੋਏ। ਸਾਡੀਆਂ ਆਪਣੀਆਂ ਹੀ ਧੀਆਂ, ਸਾਡੀਆਂ ਆਪਣਾ ਹੀ ਇੱਜ਼ਤਾਂ ਅਸੀਂ ਆਪਣੇ ਹੱਥੀਂ ਜਿਹੜੀਆਂ ਨੂੰ ਰੋੜੀਆਂ। ਉਹ ਇਸ ਤਰ੍ਹਾਂ ਦੇ ਗੰਦੇ ਲੋਕ ਸਨ ਜਿਨ੍ਹਾਂ ਨੇ ਸਦੀਆਂ ਦੀ ਪੰਜਾਬ ਦੀ ਸਾਂਝ ਨੂੰ 2-4 ਮਹੀਨਿਆਂ ਦੇ ਵਿੱਚ ਇੰਜ ਵੱਢ ਟੁੱਕ ਦੇ ਨਾਲ ਖ਼ਤਮ ਕੀਤਾ ਕਿ ਅਸੀਂ ਵੈਸੀਅਤ ਤੇ ਪੰਜਾਬੀ ਹਮੇਸ਼ਾ ਉਸ ਤੇ ਸ਼ਰਮਿੰਦਾ ਰਵਾਂਗੇ। ਚੱਲ ਬਸ ਕਰ। ਸੋ ਬੜਾ ਚੰਗਾ ਲੱਗਾ ਜੀ ਅੱਜ ਦਾ ਤੁਹਾਡੇ ਨਾਲ ਗੱਲ ਕਰਕੇ। ਇਹੀ ਹੈ ਕਿ ਲੇਟੇ ਲੇਟੇ ਮੈਂ ਕਹਿ ਕੇ ਬਾਹਰ ਨਿਕਲੀ ਹੈ ਔਰ ਬਾਹਰ ਕੁਛ ਦਿਖਾਇਆ ਜਾਵੇ ਤੁਹਾਨੂੰ। ਸੋ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਡੇ ਨਾਲ ਰਹਿਣ ਦਾ। ਤੇ ਮੈਂ ਦੀ ਮੋਤੀ ਦੀ ਵੀਡੀਓ ਰਾਤ ਤੱਕ ਅਪਲੋਡ ਕਰਾਂਗਾ ਜੀ, ਲਾਜ਼ਮੀ ਦੇਖਣਾ। ਅਮਰਿੰਦਰ ਲੱਗਿਆ ਰਿਹਾ ਬੇਟਾ, ਮੈਂ ਤੈਨੂੰ ਇਸ ਲਈ ਮੈਂ ਬਲੌਕ ਨਹੀਂ ਕਰਦਾ, ਅਦਰਵਾਈਜ਼ ਮੇਰੇ ਲਈ ਕਿਤਨਾ ਮੁਸ਼ਕਿਲ ਹੈ ਕਿ ਮੈਂ ਤੈਨੂੰ ਬਲੌਕ ਕਰ ਦੇਵਾਂ। ਸਭ ਤੋਂ ਆਸਾਨ ਕੰਮ ਹੈ, ਲੇਕਿਨ ਮੈਂ ਤੇਰੀ ਜਾਣ ਕੇ ਹਕੀਕਤ ਦਿਖਾਉਂਦਾ ਰਹਿਣਾ ਕਿ ਤੇਰੇ ਜੇ ਗੰਦੇ ਲੋਕ ਉਹ ਆਪਣੀ ਔਕਾਤ ਦਿਖਾਉਂਦੇ ਰਹਿਣ ਤੇ ਲੋਕ ਜਿਹੜੇ ਨੇ ਉਹ ਇਹ ਸਮਝਦੇ ਰਹਿਣ ਕਿ ਗੰਦੇ ਲੋਕ ਹੀ ਸਾਡੇ ਵਿਚਕਾਰ ਹੀ ਹਨ ਤੇ ਅਸੀਂ ਇਹਨਾਂ ਤੋਂ ਕਿਵੇਂ ਬਚਣਾ ਹੈ ਇਹ ਵੀ ਉਹਨਾਂ ਨੂੰ ਪਤਾ ਚੱਲਦਾ। ਬਾਕੀ ਇਹ ਹੈ ਕਿ ਪੰਜਾਬ ਦਾ ਪੰਜਾਬੀ ਹੁਣ ਬਾਸ਼ਊਰ ਹੋ ਚੁੱਕਾ ਹੈ। ਉਹ ਤੁਹਾਡੇ ਜੇ ਬਕਵਾਸ ਲੋਕਾਂ ਦੀ ਵਜ੍ਹਾ ਤੋਂ ਆਪਸੀ ਨਫ਼ਰਤਾਂ ਦਾ ਉਹ ਵਧਾਵਾ ਨਹੀਂ ਦੇਵੇਗਾ ਜਿਹੜਾ ਤੁਸੀਂ ਇੱਕ ਅਮਲੀ ਨਮੂਨਾ ਕਰਤਾਰਪੁਰ ਦੇ ਵਿੱਚ ਵੇਖ ਲਿਆ। ਇਹ ਜਿਹੜੀਆਂ ਤੁਸੀਂ, ਮੈਂ ਸਮਝਦਾ ਹਾਂ ਕਿ ਤੁਸੀਂ ਜੋ ਹੋ ਇਹ ਬਾਕੀ ਲੋਕ ਵੀ ਸਮਝ ਰਹੇ ਨੇ ਕਿ ਤੁਸੀਂ ਜੋ ਹੋ। ਸ਼ਾਇਦ ਤੁਸੀਂ ਤੇ ਚਾਹੁੰਦੇ ਹੀ ਨਹੀਂ ਸੀ ਨਾ ਕਿ ਕਰਤਾਰਪੁਰ ਜਾਂ ਇਸ ਤਰੀਕੇ ਦੇ ਲਾਂਘੇ ਖੁੱਲ੍ਹਣ ਔਰ ਇੱਧਰ ਦਾ ਪੰਜਾਬੀ ਔਰ ਉੱਧਰ ਦਾ ਪੰਜਾਬੀ ਉਹ ਆਪਸ ਦੇ ਵਿੱਚ ਉਹ ਹਿਸਟਰੀ ਨੂੰ ਡਿਸਕ੍ਰਾਈਬ ਕਰਨ ਜਿਹੜੀ ਉਹਨਾਂ ਦੇ ਵੱਡਿਆਂ ਦੀ ਹੈ। ਕਿਉਂਕਿ ਹੁਣ ਮੈਂ ਉੱਥੇ ਸਾਡੇ ਸੈਂਕੜਾਂ ਲੋਕਾਂ ਨਾਲ ਇਸ ਮੁਲਾਕਾਤ ਹੋਈ ਹੈ, ਕੋਈ ਵੀ ਨਫ਼ਰਤ ਲੈ ਕੇ ਨਹੀਂ ਆਉਂਦਾ, ਸਾਰੇ ਪਿਆਰ ਵੰਡਣ ਵਾਲੇ ਲੋਕ ਹੁੰਦੇ ਨੇ। ਸੋ 47 ਦੇ ਵਿੱਚ ਵੀ ਤੁਹਾਡੇ ਜਿਹੇ ਲੋਕਾਂ ਦਾ ਹੀ ਕਿਰਦਾਰ ਸੀ ਜਿਨ੍ਹਾਂ ਨੇ ਸਾਰਾ ਕੀਤਾ। ਔਰ ਤੁਹਾਡੇ ਜਿਹੇ ਲੋਕਾਂ ਦੀ ਜਦੋਂ ਮੈਂ ਗੱਲ ਕਰਨਾ ਤੁਸੀਂ ਸਮਝ ਰਹੇ ਹੋਗੇ ਕਿ ਮੈਂ ਕਿਹਨਾਂ ਦੀ ਗੱਲ ਕਰ ਰਹੀ ਹਾਂ। ਤੇ ਹੁਣ ਤੁਹਾਡੀ ਅਸੀਂ ਕੱਖ ਨਹੀਂ ਚੱਲਣ ਦਿਆਂਗੇ, ਦੋਨੋਂ ਸਾਈਡਾਂ ਦਾ ਪੰਜਾਬੀ ਬੜਾ ਬਾਸ਼ਊਰ ਹੋ ਚੁੱਕਿਆ। ਜੀ ਮਿਨਾਜ਼ ਸਾਹਿਬ, ਜਮੀਲ ਮਿਨਾਜ਼ ਸਾਹਿਬ, ਬਸ ਇਸ ਤਰ੍ਹਾਂ ਦੇ ਲੋਕਾਂ ਨੂੰ ਲੱਗੇ ਨੇ, ਉਹਨਾਂ ਦਾ ਇਹੀ ਹੁੰਦਾ ਕਿ ਮੈਂ ਥੋੜ੍ਹੀ ਜਿਹੀ ਇਸ ਨੂੰ ਇੰਪੋਰਟੈਂਸ ਦੇ ਦਿੱਤੀ ਹੈ। ਅਦਰਵਾਈਜ਼ ਮੈਂ ਇਸ ਤਰ੍ਹਾਂ ਦੇ ਲੋਕਾਂ ਨੂੰ ਇੰਪੋਰਟੈਂਸ ਹੀ ਨਹੀਂ ਦਿੰਦਾ। ਇਹਨਾਂ ਨੂੰ ਜਿਤਨੀ ਤੁਸੀਂ ਇੰਪੋਰਟੈਂਸ ਦਿਓਗੇ
ਉਤਨਾ ਫਿਰ ਜ਼ਿਆਦਾ ਉਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਲਓ ਜੀ ਮੇਰੀ ਗੱਲ ਤਾਂ ਸੁਣੀ ਜਾ ਰਹੀ ਹੈ, ਮੈਨੂੰ ਤਾਂ ਵੇਖਿਆ ਜਾ ਰਹੀ ਹੈ। ਸੋ ਮੈਂ ਤੇ ਅਵੋਇਡ ਕਰਦਾ ਹੁੰਦਾ ਇਹਨਾਂ ਨੂੰ, ਲੇਕਿਨ ਜਾਣ ਕੇ ਮੈਂ ਇਹਨਾਂ ਨੂੰ ਬਲਾਕ ਇਸ ਲਈ ਨਹੀਂ ਕਰਦਾ ਕਿ ਇਸ ਤਰ੍ਹਾਂ ਦੇ ਲੋਕ ਵੀ ਜਿਹੜੇ ਹਨ ਉਹਨਾਂ ਦਾ ਵੀ ਪਤਾ ਚੱਲਦਾ ਰਹੇ। ਸੋ ਹੁੰਦੀ ਹੈ ਗੱਲ ਜੀ, 1-2 ਦਿਨਾਂ ਤੱਕ ਫਿਰ ਮੁਲਾਕਾਤ ਹੋਏਗੀ, ਕੱਲ੍ਹ ਤਾਂ ਸ਼ਾਇਦ ਨਾ ਹੋ ਪਾਵੇ ਤੇ ਪਰਸੋਂ ਤੁਹਾਡੇ ਨਾਲ ਸਾਰਿਆਂ ਨਾਲ ਗੱਲਬਾਤ ਹੁੰਦੀ ਹੈ। ਇਸੇ ਵਜ੍ਹਾ ਹੀ ਠੀਕ ਅਸੀਂ ਕੋਈ 3 ਵਜੇ ਦੇ ਕਰੀਬ ਗੱਲਬਾਤ ਕਰਦੇ ਹਾਂ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਜਿਉਂਦੇ ਵਸਦੇ ਰਹੋ, ਕਰੋਨਾ ਤੋਂ ਆਪਣਾ ਵੀ ਖਿਆਲ ਰੱਖੋ ਤੇ ਆਸੇ-ਪਾਸੇ ਦੇ ਲੋਕਾਂ ਨੂੰ ਵੀ ਉਹਨਾਂ ਦਾ ਦੱਸੋ ਕਿ ਇਸ ਤੋਂ ਅਸੀਂ ਬਚਣਾ ਹੈ। ਇਹ ਜਿਹੜੇ 10-15 ਦਿਨ ਹਨ ਇਹ ਬੜੇ ਹੀ ਜ਼ਰੂਰੀ ਹਨ, ਸਾਨੂੰ ਆਸੇ-ਪਾਸੇ ਦੇ ਲੋਕਾਂ ਨੂੰ ਬਚਾਉਣਾ, ਆਪਣੇ ਆਪ ਨੂੰ ਬਚਾਉਣਾ। ਔਰ ਵਸੀਅਤ ਤੇ ਫਰਦ ਸਾਡਾ ਕੀ ਕਿਰਦਾਰ ਹੈ, ਇਹ ਅਸੀਂ ਇਸ ਦੇ ਵਿੱਚ ਅਸੀਂ ਜ਼ਰੂਰੀ ਦੇਖਾਂਗੇ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ।